ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ MP ਸਿੰਘ ਤੇ ਅੱਜ ਸਾਡੇ ਨਾਲ ਪੰਜਾਬੀ ਸਾਹਿਤ ਦੇ ਬਹੁਤ ਵੱਡੇ ਨਾਮਵਰ ਲੇਖਕ ਡਾਕਟਰ ਸੁਰਿੰਦਰ ਧੰਜਲ ਫੋਨ ਲਾਈਨ ਤੇ ਮੌਜੂਦ ਨੇ। ਮੈਂ ਉਹਨਾਂ ਬਾਰੇ ਬਹੁਤਾ ਤਾਰਫ ਤਾਂ ਉਹ ਆਪ ਹੀ ਕਰਾਉਣਗੇ। ਮੈਂ ਸਿਰਫ ਇੰਨੀ ਗੱਲ ਦੱਸਣੀ ਚਾਹੁੰਦਾ ਕਿ 1988 ਦੇ ਵਿੱਚ ਜਦੋਂ ਇਨਕਲਾਬੀ ਕਵੀ ਪਾਸ਼ ਦਾ ਅਸੈਸੀਨੇਸ਼ਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਇੱਕ ਕੌਮਾਂਤਰੀ ਪੱਧਰ 'ਤੇ ਉਹਨਾਂ ਦਾ ਇੱਕ ਟਰਸਟ ਬਣਾਇਆ ਗਿਆ ਸੀ, ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰਸਟ। ਡਾਕਟਰ ਧੰਜਲ ਉਹਦੇ ਕਨਵੀਨਰ ਨੇ ਔਰ ਕੈਨੇਡਾ ਦੇ ਕੈਂਪਰੂਸ ਸ਼ਹਿਰ ਵਿੱਚ ਉਹਨਾਂ ਦਾ ਨਿਵਾਸ ਹੈ। ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਆਪਣੇ ਪ੍ਰੋਗਰਾਮ ਕਲਮਾਂ ਦੇ ਕਾਫਲੇ ਦੇ ਅਧੀਨ। ਕਲਮਾਂ ਦੇ ਕਾਫਲੇ ਵਿੱਚ ਡਾਕਟਰ ਧੰਜਲ ਜੀ, ਤੁਹਾਡਾ ਹਾਰਦਿਕ ਸਵਾਗਤ ਹੈ ਜੀ ਵਾਇਸ ਆਫ ਇੰਡੀਆ ਵੱਲੋਂ। ਜੀ ਆਇਆਂ ਨੂੰ। ਮਿਹਰਬਾਨੀ MP ਸਿੰਘ ਜੀ, ਤੁਹਾਡੀ ਸਮੁੱਚੀ ਟੀਮ ਦਾ, ਤੁਹਾਡਾ ਤੇ ਪ੍ਰਬੰਧਕੀ ਟੀਮ ਦਾ ਹਾਰਦਿਕ ਧੰਨਵਾਦ ਤੇ ਤੁਹਾਡੇ ਸਰੋਤਿਆਂ ਨੂੰ ਸ਼ੁਭ ਸ਼ਾਮ। ਡਾਕਟਰ ਧੰਜਲ ਜੀ, ਤੁਸੀਂ ਬੜੇ ਲੰਮੇ ਸਮੇਂ ਤੋਂ ਇਨਕਲਾਬੀ ਕਵਿਤਾ ਦੇ ਨਾਲ ਜੁੜੇ ਹੋਏ ਹੋ। ਤੁਹਾਡਾ ਇਨਕਲਾਬੀ ਸਫਾ ਦੇ ਵਿੱਚ ਬਹੁਤ ਸਤਿਕਾਰ ਨਾਲ ਨਾਂ ਲਿਆ ਜਾਂਦਾ ਹੈ ਔਰ ਤੁਸੀਂ ਸਿਰਫ ਕਵਿਤਾ ਹੀ ਨਹੀਂ ਲਿਖਦੇ, ਸਗੋਂ ਬਹੁਤ ਸਾਰੀਆਂ ਲੋਕ ਪੱਖੀ ਲਹਿਰਾਂ ਦੀ ਅਗਵਾਈ ਵੀ ਕੀਤੀ ਆ, ਉਹਨਾਂ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ। ਔਰ ਹੁਣ ਇੰਡੀਆ ਦੇ ਵਿੱਚ ਇੱਕ ਲੋਕ ਪੱਖੀ ਲਹਿਰ ਚੱਲੀ ਆ, ਕਿਸਾਨੀ ਅੰਦੋਲਨ। ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਤੁਸੀਂ ਇੰਡੋ ਕੈਨੇਡੀਅਨ ਭਾਈਚਾਰੇ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੂੰ ਇੱਕ ਲੜੀ ਵਿੱਚ ਪਰੋ ਦਿੱਤਾ। ਮੈਨੂੰ ਇਹ ਗੱਲ ਕਹਿਣ ਵਿੱਚ ਬਹੁਤ ਵੱਡਾ ਮਾਣ ਮਹਿਸੂਸ ਹੋ ਰਿਹਾ ਕਿ ਉਸੇ ਲੜੀ ਦਾ ਇੱਕ ਮੋਤੀ ਵਾਇਸ ਆਫ ਇੰਡੀਆ ਵੀ ਹੈ। ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ। ਤੁਸੀਂ ਉਹ ਜਿਹੜੀ 60 ਜਥੇਬੰਦੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ, ਸਪੋਰਟ ਕੀਤੀ ਹੈ। ਥੋੜ੍ਹਾ ਜਿਹਾ ਉਹਦੇ ਬਾਰੇ ਵੇਰਵਾ ਦਿਓ। ਮਿਹਰਬਾਨੀ MP ਸਿੰਘ ਜੀ, ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਆਪਣੀ ਗੱਲਬਾਤ ਹੈ ਜਿਹੜੀ ਉਹ ਸਿਖਰ ਤੋਂ ਸ਼ੁਰੂ ਕੀਤੀ ਹੈ। ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਸਿਖਰਾਂ ਤੇ ਹੈ। ਹਾਂਜੀ, ਜਿਹੜਾ 26 ਨਵੰਬਰ 2020 ਨੂੰ ਆਪਾਂ ਗਿਣਦੇ ਹਾਂ ਕਿ ਦਿੱਲੀ ਚਲੋ ਦੇ ਨਾਅਰੇ ਉਸ ਅੰਦੋਲਨ ਦਾ ਪਹਿਲਾ ਦਿਨ ਸੀ। ਹਾਂਜੀ, ਅੱਜ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਭਾਰਤ ਵਿੱਚ ਹੁਣ 18 ਦਸੰਬਰ ਹੋ ਚੁੱਕਿਆ ਤੇ ਉਸ ਅੰਦੋਲਨ ਦਾ 23ਵਾਂ ਦਿਨ ਹੈ। ਤੇ ਉਸ ਅੰਦੋਲਨ ਦੇ ਸੰਬੰਧ ਵਿੱਚ ਆਪਣਾ ਸਾਰਿਆਂ ਦਾ ਕੈਨੇਡਾ ਬੈਠਿਆਂ ਦਾ ਇਹ ਹੱਕ ਵੀ ਬਣਦਾ ਸੀ ਤੇ ਫਰਜ਼ ਵੀ ਬਣਦਾ ਸੀ ਕਿ ਅਸੀਂ ਉਸ ਅੰਦੋਲਨ ਦੀਆਂ ਜਿਹੜੀਆਂ ਹਾਂ ਪੱਖੀ ਨਾਅਰੇ ਨੇ, ਹਾਂ ਪੱਖੀ ਕਦਰਾਂ ਕੀਮਤਾਂ ਨੇ, ਉਹਦੇ ਨਾਲ ਜੁੜੀਏ ਤੇ ਆਪਣੀ ਸਾਂਝ ਦਾ ਪ੍ਰਗਟਾਵਾ ਕਰੀਏ। ਕਿਉਂਕਿ ਜਿਹੜੇ 3 ਕਿਸਾਨ ਵਿਰੋਧੀ ਬਿੱਲ 5 ਜੂਨ 2020 ਨੂੰ ਮੋਦੀ ਸਰਕਾਰ ਨੇ ਲਿਆਂਦੇ ਆ, ਅਸੀਂ ਕਿਸਾਨਾਂ ਦੇ ਨਾਲ ਖੜੇ ਆ ਉਹਨਾਂ ਬਿੱਲਾਂ ਦਾ ਵਿਰੋਧ ਕਰਨ ਵਾਸਤੇ। ਤੇ ਇੱਥੇ ਤੁਸੀਂ ਜਿਸ ਕੰਪੇਨ ਦਾ ਜ਼ਿਕਰ ਕੀਤਾ, ਅਸੀਂ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਵੱਲੋਂ ਪਹਿਲੀ ਪ੍ਰੈਸ ਰਿਲੀਜ਼ ਜਦੋਂ 3 ਦਸੰਬਰ ਨੂੰ ਤਿਆਰ ਕੀਤੀ ਹੈ ਤਾਂ ਉਦੋਂ ਸਾਡੇ ਨਾਲ ਕੈਨੇਡਾ ਵਿੱਚੋਂ 11 ਜਥੇਬੰਦੀਆਂ ਸਨ। 5 ਦਸੰਬਰ ਨੂੰ ਦੁਬਾਰਾ ਉਹ ਅਸੀਂ ਪ੍ਰੈਸ ਰਿਲੀਜ਼ ਤਿਆਰ ਕੀਤੀ ਤਾਂ ਉਦੋਂ ਜਥੇਬੰਦੀਆਂ ਦੀ ਗਿਣਤੀ 16 ਹੋ ਗਈ। ਪਹਿਲਾਂ ਸਿਰਫ BC ਦੀਆਂ 11 ਜਥੇਬੰਦੀਆਂ ਸੀ ਤੇ 5 ਦਸੰਬਰ ਨੂੰ ਟੋਰਾਂਟੋ ਦੀਆਂ ਕੁਝ ਜਥੇਬੰਦੀਆਂ ਵੀ ਸਾਡੇ ਨਾਲ ਸ਼ਾਮਲ ਹੋਈਆਂ। ਤੇ 7 ਦਸੰਬਰ ਨੂੰ, ਕਿਉਂਕਿ 8 ਦਸੰਬਰ ਨੂੰ ਇੰਡੀਆ 'ਚ ਭਾਰਤ ਬੰਦ ਦਾ ਜਦੋਂ ਸੱਦਾ ਪੱਤਰ ਸਾਨੂੰ ਇੱਥੇ ਮਿਲਿਆ ਤਾਂ ਆਪਾਂ ਕਿਉਂਕਿ ਇੱਕ ਦਿਨ ਪਿੱਛੇ ਆ, 7 ਦਸੰਬਰ ਦੀ ਸ਼ਾਮ ਨੂੰ MP ਸਿੰਘ ਜੀ ਜਿਹੜੀ ਪ੍ਰੈਸ ਰਿਲੀਜ਼ ਕੱਢੀ ਉਹਦੇ ਵਿੱਚ ਸਾਰੇ ਕੈਨੇਡਾ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਵੈਨਕੂਵਰ, ਐਬਸਫੋਰਡ, ਕੈਮਲੂਪਸ, ਐਡਮੰਟਨ, ਕੈਲਗਰੀ, ਵਿਨੀਪੈਗ ਤੇ ਨਾਲ ਦੀ ਨਾਲ ਟੋਰਾਂਟੋ ਤੋਂ 35 ਜਥੇਬੰਦੀਆਂ ਸ਼ਾਮਲ ਹੋ ਗਈਆਂ। ਤੇ ਅੱਜ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਜਿਵੇਂ ਤੁਸੀਂ ਦੱਸਿਆ, ਤੇ ਹੁਣ ਕੁੱਲ ਸਾਡੀ ਸਪੋਰਟਿੰਗ ਜਥੇਬੰਦੀਆਂ ਦੀ ਗਿਣਤੀ ਕੈਨੇਡਾ ਦੇ ਵਿੱਚੋਂ 60 ਹੋ ਗਈ ਹੈ।
ਤੇ ਬਹੁਤ ਵੱਡੀ ਗੱਲ। ਖੁਸ਼ੀ ਵਾਲੀ ਗੱਲ ਇਹ ਹੈ ਕਿ ਤੁਹਾਡੇ ਸ਼ਹਿਰ ਵਿੱਚੋਂ ਰੇਡੀਓ ਧਮਾਲ ਵਿਨੀਪੈਗ ਤੇ ਰੇਡੀਓ ਆਵਾਜ਼ ਵਿਨੀਪੈਗ ਤੇ ਤੁਹਾਡਾ ਰੇਡੀਓ ਵਾਇਸ ਆਫ ਇੰਡੀਆ ਮੀਡੀਆ ਗਰੁੱਪ, ਜਿਹਦੇ ਰਾਹੀਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਤੁਹਾਡੀ ਸਮੁੱਚੀ ਟੀਮ ਦਾ ਸਰੋਤਿਆਂ ਨੂੰ ਮੁਖਾਤਬ ਹੈ ਕਿ ਵਾਇਸ ਆਫ ਇੰਡੀਆ ਮੀਡੀਆ ਗਰੁੱਪ ਵੀ ਸਾਡੀਆਂ ਉਹਨਾਂ 7 ਸੰਸਥਾਵਾਂ ਦੇ ਵਿੱਚ ਸ਼ਾਮਲ ਹੈ ਜਿਹੜੀਆਂ ਵਿਨੀਪੈਗ ਤੋਂ ਸ਼ਾਮਲ ਹੋਈਆਂ ਨੇ। ਬਾਕੀ ਵਿਨੀਪੈਗ ਦੀਆਂ 4 ਸੰਸਥਾਵਾਂ ਜਿਹੜੀਆਂ ਨੇ ਉਹ ਹਨ ਨਵ ਸਵੇਰ ਮਾਸਿਕ ਵਿਨੀਪੈਗ, ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਸਭਾ ਵਿਨੀਪੈਗ, ਡੈਮੋਕ੍ਰੇਸੀ ਇਕੁਐਲਿਟੀ ਐਂਡ ਸੈਕੂਲਰਿਜ਼ਮ ਇਨ ਸਾਊਥ ਏਸ਼ੀਆ ਵਿਨੀਪੈਗ, ਐਂਡ ਲਾਸਟ ਬਟ ਨਾਟ ਦ ਲੀਸਟ ਸਾਹਿਤ ਵਿਚਾਰ ਮੰਚ ਵਿਨੀਪੈਗ। ਵੈਰੀ ਗੁੱਡ। ਸਾਡੇ ਲਈ ਮਾਣ ਵਾਲੀ ਗੱਲ ਹੈ ਜੀ, ਸਾਡੇ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ ਜਿਹੜੀਆਂ ਜਿਨ੍ਹਾਂ ਵਿੱਚ ਤੁਸੀਂ ਰੇਡੀਓ ਦੇ ਨਾਂ ਜ਼ਿਕਰ ਕੀਤਾ ਔਰ ਸਾਹਿਤਕ ਸੰਸਥਾਵਾਂ ਦਾ ਜ਼ਿਕਰ ਕੀਤਾ, ਇੱਕ ਹੋਰ ਅਜਿਹੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਹੈਗੀ, ਡੈਮੋਕ੍ਰੈਟਿਕ ਆਰਗੇਨਾਈਜੇਸ਼ਨ ਹੈਗੀ ਜਿਹਦਾ ਜ਼ਿਕਰ ਕੀਤਾ, ਔਰ ਪਿਛਲੇ ਲੰਮੇ ਸਮੇਂ ਤੋਂ ਸਾਰੀਆਂ ਸੰਸਥਾਵਾਂ ਸਰਗਰਮ ਹੈਗੀਆਂ। ਔਰ ਜੇ ਇਹ ਅੱਜ ਤੁਹਾਡੇ ਵੱਲੋਂ ਪਰੋਏ ਗਏ ਜਿਹੜੇ ਮੋਤੀਆਂ ਦੀ ਮਾਲਾ ਉਹਦੇ ਬਣ ਕੇ ਆਏ, ਔਰ ਮੈਨੂੰ ਲੱਗਦਾ ਕਿ ਇਹ ਜਿਹੀਆਂ ਸੰਸਥਾਵਾਂ ਸਾਰੇ ਸੰਸਾਰ ਪੱਧਰ 'ਤੇ ਜਦੋਂ ਇਕੱਠੀਆਂ ਹੋਣਗੀਆਂ ਕਿਸਾਨਾਂ ਦੀ ਹੱਕ ਵਿੱਚ, ਤਾਂ ਕੋਈ ਹਿੰਮਤ ਨਹੀਂ ਕਰ ਸਕਦਾ, ਕੋਈ ਅਜਿਹੀ ਤਾਕਤ ਨਹੀਂ ਹੋ ਸਕਦੀ ਜਿਹੜੀ ਉਹਨਾਂ ਦੀ ਅੰਦੋਲਨ ਨੂੰ, ਉਹਨਾਂ ਦੀ ਸਟਰਗਲ ਨੂੰ ਜਿਹੜੀ ਹੈ ਉਹ ਸੈੱਟ ਬੈਕ ਲਾ ਸਕੇ। ਸਗੋਂ ਉਹਨਾਂ ਦਾ ਹੌਸਲਾ ਦੁੱਗਣਾ ਤਿੱਗਣਾ ਚੌਗਣਾ ਵਧਿਆ ਹੋਏਗਾ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਭਾਰਤ ਦੇ ਅੰਦੋਲਨ ਵਿੱਚ ਪੰਜਾਬ ਚੋਂ ਇਸ ਅੰਦੋਲਨ ਦੀ ਅਗਵਾਈ ਜਦੋਂ 32 ਕਿਸਾਨ ਜਥੇਬੰਦੀਆਂ ਨੇ ਸੰਭਾਲੀ ਆ, ਹਾਂਜੀ, ਤੇ ਉਹ ਹਮਾ ਕੇ ਸਾਰੇ ਵਹੀਰਾਂ ਘੱਟ ਕੇ ਰਾਹਬੰਦੀ ਦੀਆਂ ਸਾਰੀਆਂ ਅੜਚਣਾਂ ਨੂੰ ਦੂਰ ਕਰਦੇ ਹੋਏ ਜੋ ਦਿੱਲੀ ਪਹੁੰਚੇ, ਤੇ ਉਹਨਾਂ ਦੇ ਨਾਲ ਪੂਰੇ ਦੇ ਪੂਰੇ ਭਾਰਤ ਦੇ ਵਿੱਚੋਂ 10 ਕਿਸਾਨ ਜਥੇਬੰਦੀਆਂ ਹੋਰ ਸ਼ਾਮਲ ਹੋਈਆਂ ਤੇ ਜਿੰਨੀਆਂ ਵੀ ਗੱਲਬਾਤ ਦੇ ਜਿੰਨੇ ਵੀ ਦੌਰ ਭਾਰਤ ਸਰਕਾਰ ਦੇ ਨਾਲ ਚੱਲੇ ਨੇ, ਹਾਂਜੀ, ਉਹਨਾਂ ਦੇ ਵਿੱਚ 32 ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, 10 ਬਾਕੀ ਭਾਰਤ ਵਿੱਚੋਂ ਕੁੱਲ 42 ਜਥੇਬੰਦੀਆਂ ਜੇ ਉੱਥੇ ਸਰਗਰਮ ਹੋਈਆਂ ਨੇ। ਤੇ ਇੱਥੇ ਆਪਾਂ ਥੋੜੇ ਜਿਹੇ ਦਿਨਾਂ ਦੇ ਸੱਦਾ ਪੱਤਰ ਤੇ ਆਪਾਂ 60 ਜਥੇਬੰਦੀਆਂ ਕੈਨੇਡਾ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜੇ ਜੁੜੀਆਂ ਨੇ, ਹਾਂਜੀ, ਤਾਂ ਇਹ ਆਪਣੀ ਮਿਸਾਲ ਆਪ ਹੈ। ਕਿਉਂਕਿ ਮੇਰੇ ਧਿਆਨ ਵਿੱਚ ਨਹੀਂ ਕਿ ਐਡੀ ਵੱਡੀ ਪੱਧਰ ਤੇ ਕੈਨੇਡਾ 'ਚ ਕੋਈ ਅੱਜ ਅਸੀਂ ਇਕੱਠੇ ਹੋਈਏ, ਤੇ ਜਿਹੜੀ ਭਾਰਤ ਦੇ ਅੰਦੋਲਨ ਦੀ ਆਪਾਂ ਗੱਲ ਕਰ ਰਹੇ ਹਾਂ, ਅਸੀਂ ਸਿਰਫ ਕਿਤਾਬਾਂ 'ਚ ਹੀ ਪੜ੍ਹਿਆ ਸੀ ਕਿ 1942 ਚ ਭਾਰਤ ਛੱਡੋ ਕੁਇਟ ਇੰਡੀਆ ਮੂਵਮੈਂਟ ਚੱਲੀ ਸੀ, ਤੇ ਜਾਂ 1907 ਚ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਦੀ ਅਗਵਾਈ ਹੇਠ ਪਗੜੀ ਸੰਭਾਲ ਜੱਟਾ ਮੂਵਮੈਂਟ ਚੱਲੀ ਸੀ। ਬਿਲਕੁਲ, ਅਜਿਹੀਆਂ ਮੂਵਮੈਂਟ, ਵਿਸ਼ਾਲ ਮੂਵਮੈਂਟ ਅਸੀਂ ਸਿਰਫ ਕਿਤਾਬਾਂ 'ਚ ਹੀ ਪੜ੍ਹੀਆਂ ਸੁਣੀਆਂ ਸੀ ਕਿ ਫਰਾਂਸ ਦੀ ਕ੍ਰਾਂਤੀ ਹੋਈ, ਰੂਸ ਦੀ ਕ੍ਰਾਂਤੀ ਹੋਈ, ਚੀਨ ਦੀ ਕ੍ਰਾਂਤੀ ਹੋਈ, ਲੋਕ ਆਪ ਮੁਹਾਰੇ ਵਹੀਰਾਂ ਘੱਟ ਕੇ ਉਹਨਾਂ ਨੇ ਜ਼ਾਲਮ ਸਾਮਰਾਜਾਂ ਦਾ, ਜ਼ਾਲਮ ਹਕੂਮਤਾਂ ਦਾ ਉਹਨਾਂ ਨੇ ਖਾਤਮਾ ਕੀਤਾ। ਪਰ ਅੱਜ ਮੈਂ ਸਮਝਦਾ ਅਸੀਂ ਇੱਕ ਪਾਸਿਓਂ ਬੜੇ ਅਸੀਂ ਭਾਗਵਾਨ ਹਾਂ ਕਿ ਅਸੀਂ ਇਤਿਹਾਸ ਦੇ ਸਭ ਤੋਂ ਵੱਡੇ ਅੰਦੋਲਨ ਆਪਣੀਆਂ ਅੱਖਾਂ ਨਾਲ ਆਪਣੇ ਦੇਖ ਰਹੇ ਹਾਂ ਕਿ ਕਿਵੇਂ ਲੋਕ ਜਦੋਂ ਲੋਕਤਾ ਦਾ ਹੜ੍ਹ ਆਉਂਦਾ, ਜਿਵੇਂ ਸੰਤ ਰਾਮਦਾਸੀ ਨੇ ਕਿਹਾ ਵੀ ਹੜ੍ਹ ਏਕਤਾ ਦਾ ਕਿਹੜਾ ਸਕੂ, ਰੋਕ ਹਾਣੀਆਂ ਅਸੀਂ ਤੋੜ ਦੇਣੀ, ਲਹੂ ਪੀਣੀ ਜੋ ਕਹਾਣੀਆਂ। ਇਹ ਜਿਹੜੀਆਂ ਹੁਣ ਤੱਕ ਅਸੀਂ ਇਤਿਹਾਸ ਵਿੱਚ ਹੀ ਗੱਲਾਂ ਪੜ੍ਹੀਆਂ ਸੀ ਜਾਂ ਕਵਿਤਾਵਾਂ ਵਿੱਚ ਹੀ ਪੜ੍ਹੀਆਂ ਸੀ, ਉਹਨਾਂ ਨੂੰ ਅਸੀਂ ਸਾਮਰ ਤੱਕ ਜੇ ਦੇਖ ਰਹੇ ਹਾਂ ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਲੋਕਾਈ ਕਿਸੇ ਵੀ ਜ਼ੁਲਮ ਨੂੰ, ਕਿਸੇ ਵੀ ਅਤਿਆਚਾਰ ਨੂੰ, ਕਿਸੇ ਵੀ ਬੇਇਨਸਾਫੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਦੇਰ ਭਾਵੇਂ ਹੋ ਜਾਵੇ,
ਅੰਧੇਰ ਨਹੀਂ ਹੈ। ਤੇ ਇਸ ਅੰਦੋਲਨ ਦਾ ਸਭ ਤੋਂ ਗੌਰਵਮਈ ਪੱਖ ਇਹ ਹੈ ਕਿ ਸਾਡੇ ਸਾਰੇ ਕਿਸਾਨ ਆਗੂ ਹੁਣ ਤੱਕ ਸ਼ਾਂਤਮਈ ਰਹਿ ਕੇ ਬਹੁਤ ਹੀ ਅਨੁਸ਼ਾਸਨਬੱਧ ਤਰੀਕੇ ਦੇ ਨਾਲ ਆਪਣੇ ਜਿਹੜੇ ਸੰਵਿਧਾਨਿਕ ਉਹਨਾਂ ਦੇ ਹੱਕ ਬਣਦੇ ਆ ਉਸੇ ਤਰ੍ਹਾਂ ਉਹ ਪ੍ਰਦਰਸ਼ਨੀ ਕਰ ਰਹੇ ਨੇ ਤੇ ਪੂਰੀ ਤਰ੍ਹਾਂ ਨਾਲ ਆਪਣੀ ਗੱਲ ਨੂੰ ਸਰਕਾਰ ਦੇ ਕੰਨਾਂ ਦੇ ਵਿੱਚ ਪਾਉਣ ਦੇ ਵਿੱਚ ਕਾਮਯਾਬ ਹੋ ਰਹੇ ਨੇ। ਬਹੁਤ ਖੂਬ। ਡਾਕਟਰ ਧੰਜਲ ਜੀ, ਤੁਸੀਂ ਪਲੀਜ਼ ਮੈਨੂੰ ਇੱਕ ਦੱਸਿਓ, ਤੁਸੀਂ ਲੰਮੇ ਸਮੇਂ ਤੋਂ ਇਨਕਲਾਬੀ ਲਹਿਰ ਦੇ ਨਾਲ ਜੁੜੇ ਹੋਏ ਹੋ, ਤੁਸੀਂ ਇਨਕਲਾਬੀ ਲਹਿਰ ਵਿੱਚ ਇਨਕਲਾਬੀ ਸਾਹਿਤ ਵਜੋਂ ਬਹੁਤ ਵੱਡਾ ਯੋਗਦਾਨ ਪਾਇਆ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਸਾਰਾ ਕੁਛ ਜੋ ਅੰਦੋਲਨ ਚੱਲ ਰਿਹਾ ਕਿਸਾਨੀ ਦਾ, ਪੰਜਾਬ ਤੋਂ ਸ਼ੁਰੂ ਹੋਇਆ, ਇਹਨੇ ਮੁੜ ਕੇ ਹਰਿਆਣੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ, ਇੱਕ ਬੇਮਿਸਾਲ ਸਾਂਝ ਹੋਈ ਪੰਜਾਬ ਅਤੇ ਹਰਿਆਣਾ ਦੀ, ਔਰ ਉਸ ਤੋਂ ਬਾਅਦ ਅੱਜ ਹਿੰਦੁਸਤਾਨ ਦਾ ਕੋਈ ਸੂਬਾ ਅਜਿਹਾ ਨਹੀਂ ਹੈ ਜਿੱਥੋਂ ਕਿਸਾਨਾਂ ਨੇ ਵਹੀਰਾਂ ਘੱਤ ਕੇ ਦਿੱਲੀ ਵੱਲ ਨੂੰ ਕੂਚ ਕੀਤਾ। ਸਾਰੇ ਲੋਕ ਬੜੇ ਵੱਡੇ ਉਤਸ਼ਾਹ ਦੇ ਨਾਲ ਆਏ, ਔਰ ਸਿਰਫ ਕਿਸਾਨ ਨਹੀਂ ਆਏ, ਮਜ਼ਦੂਰ ਵੀ ਆਏ, ਮੁਲਾਜ਼ਮ ਵੀ ਆਏ, ਵਕੀਲ ਵੀ ਆਏ, ਡਾਕਟਰ ਵੀ ਆਏ, ਪ੍ਰੋਫੈਸਰ ਵੀ ਆਏ ਯੂਨੀਵਰਸਿਟੀਆਂ ਦੇ, ਸਟੂਡੈਂਟ ਵੀ ਆਏ ਯੂਨੀਵਰਸਿਟੀਆਂ ਦੇ। ਇੱਦਾਂ ਇਹ ਇੱਕ ਇਹੋ ਜਿਹੀ ਲਹਿਰ ਬਣ ਗਈ। ਇਸ ਲਹਿਰ ਦਾ ਖਾਸਾ ਜਿਹੜਾ ਮੋਟੇ ਤੌਰ 'ਤੇ, ਮੈਂ ਕਦੀ ਵੀ ਕਿਸੇ ਹੋਰ ਗੈਸਟ ਕੋਲੋਂ ਇਹ ਗੱਲ ਨਹੀਂ ਪੁੱਛੀ, ਮੈਂ ਸਮਝਦਾ ਕਿ ਤੁਹਾਡਾ ਤਜਰਬਾ ਵਾ, ਤੁਸੀਂ ਇਹਨੂੰ ਬਹੁਤ ਖੂਬੀ ਜਿਹੜਾ ਵਿਖਿਆਨ ਇਹਦਾ ਕਰ ਸਕਦੇ ਹੋ। ਇਸ ਲਹਿਰ ਦਾ ਖਾਸਾ ਇਨਕਲਾਬੀ ਖਾਸਾ ਹੈ ਜਾਂ ਕਿ ਇਹ ਆਪ ਮੁਹਾਰੇ, ਜਿਵੇਂ ਤੁਸੀਂ ਪਹਿਲਾਂ ਵੀ ਕੀਤੀ ਗੱਲ ਕਿ ਲੋਕ ਜਦੋਂ ਕਿਸੇ ਸੰਕਟ ਦੇ ਵਿੱਚ ਹੁੰਦੇ ਆ ਜਾਂ ਜਦੋਂ ਲੋਕਾਂ ਨੂੰ ਲੱਗਦਾ ਕਿ ਉਹਨਾਂ ਦੇ ਜਮਹੂਰੀ ਹੱਕ ਜਿਹੜੇ ਖੋਏ ਜਾ ਰਹੇ ਆ ਤਾਂ ਉਹ ਆਪ ਮੁਹਾਰੇ ਤੁਰਦੇ ਆ। ਇਹ ਆਪ ਮੁਹਾਰੇ ਚੱਲੀ ਲਹਿਰ ਆ ਜਾਂ ਇਹਦਾ ਖਾਸਾ ਇਨਕਲਾਬੀ ਹੈ? MP ਸਿੰਘ ਜੀ, ਮੈਂ ਬਹੁਤ ਖੁਸ਼ ਹਾਂ ਤੁਸੀਂ ਇਹ ਸਵਾਲ ਪੁੱਛਿਆ। ਤੇ ਆਪਾਂ ਨੂੰ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦੇ 28 ਸੂਬਿਆਂ ਚੋਂ ਕਿਸਾਨ ਉੱਥੇ ਪਹੁੰਚੇ ਨੇ। ਹਾਂਜੀ ਗੱਲ। ਹਾਂਜੀ। ਦੂਜੀ ਗੱਲ ਕਿ ਆਪਣੀਆਂ ਜਿਹੜੀਆਂ 60 ਜਥੇਬੰਦੀਆਂ ਇਹਨਾਂ ਨੇ ਸਪੋਰਟ ਕੀਤੀ ਹੈ, ਉਹਦੇ ਵਿੱਚ ਇਕੱਲੇ ਸਾਹਿਤਕਾਰ ਜਾਂ ਕਲਾਕਾਰ ਹੀ ਨਹੀਂ ਜਾਂ ਰੰਗਕਰਮੀ ਨਹੀਂ, ਬਲਕਿ ਖਿਡਾਰੀ, ਫਸਲਵਾਦ ਵਿਰੋਧੀ ਕਾਰਕੁਨ, ਤਰਕਸ਼ੀਲ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਮਾਜ ਸੇਵਕ ਜਥੇਬੰਦੀਆਂ, ਰੇਡੀਓ ਸਟੇਸ਼ਨ, ਮੈਗਜ਼ੀਨ ਤੇ ਔਰਤਾਂ ਦੀਆਂ ਜਥੇਬੰਦੀਆਂ ਸਾਰੇ ਕੈਨੇਡਾ ਚੋਂ ਸ਼ਾਮਲ ਨੇ। ਬਿਲਕੁਲ। ਤੇ ਭਾਰਤ ਵਿੱਚ ਵੀ ਪੰਜਾਬ ਦੇ ਕਿਸਾਨਾਂ ਨੇ ਜਦੋਂ ਇਹਦੀ ਅਗਵਾਈ ਕੀਤੀ ਤਾਂ ਹਰਿਆਣੇ ਦੇ ਕਿਸਾਨ ਉਹਨਾਂ ਨੂੰ ਜੱਫੀਆਂ ਪਾ ਕੇ ਮਿਲੇ, ਕਿਉਂਕਿ ਹਰਿਆਣੇ ਦੇ ਕਿਸਾਨ ਵੀ ਇਸ ਤਰ੍ਹਾਂ ਦੇ ਅੰਦੋਲਨ ਕਰਦੇ ਰਹਿੰਦੇ ਸੀ, ਲੇਕਿਨ ਉਹਨਾਂ ਕੋਲੇ ਪੰਜਾਬ ਦੇ ਕਿਸਾਨਾਂ ਵਰਗੀ ਯੋਜਨਾਬੰਦੀ ਨਹੀਂ ਸੀ ਕਿ 6 ਮਹੀਨੇ ਦਾ ਉਹ ਰਾਸ਼ਨ ਪਾਣੀ ਲੈ ਕੇ ਪੂਰੀ ਯੋਜਨਾਬੰਦੀ ਨਾਲ ਆਏ। ਬਿਲਕੁਲ। ਤੇ ਜਿਵੇਂ ਤੁਸੀਂ ਕੀਤੀ ਹੈ ਗਿਣਤੀ, ਮੈਂ ਸਾਡੀ ਪ੍ਰੈਸ ਰਿਲੀਜ਼ ਵਿੱਚ ਵੀ ਇਹ ਕਿਹਾ ਕਿ ਇਸ ਅੰਦੋਲਨ ਦੇ ਵਿੱਚ ਸੰਸਾਰ ਭਰ ਦੀਆਂ ਕਿਹੋ ਜਿਹੀਆਂ ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰ ਰਹੀਆਂ। ਮੈਂ ਆਪਣੀ ਗੱਲ ਜਿਹੜੀ ਪੋਲੀਟੀਕਲ ਤੁਸੀਂ ਵਾਗਡੋਰ ਦੀ ਗੱਲ ਕੀਤੀ ਹੈ ਉਹਦੇ ਤੇ ਆਉਣ ਤੋਂ ਪਹਿਲਾਂ ਉਹਨਾਂ ਜਥੇਬੰਦੀਆਂ ਦਾ ਨਾਮ ਪੜ੍ਹਨ ਲੱਗਿਆ ਤਾਂ ਕਿ ਸਾਡੇ ਸਰੋਤਿਆਂ ਨੂੰ ਸਪਸ਼ਟ ਹੋ ਜੇ ਕਿਹੋ ਜਿਹੀ ਵਿਆਪਕ ਸਮਰਥਨ ਕਿਹੋ ਜਿਹਾ ਇਸ ਲਹਿਰ ਨੂੰ ਮਿਲ ਰਿਹਾ ਸਾਰੇ ਸੰਸਾਰ ਚੋਂ। ਹਾਂਜੀ ਹਾਂਜੀ। ਸਾਰੇ ਸੰਸਾਰ ਚੋਂ ਕੱਲੀਆਂ ਕਿਸਾਨ ਜਥੇਬੰਦੀਆਂ ਹੀ ਨਹੀਂ, ਬਲਕਿ ਮਜ਼ਦੂਰ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਔਰਤ ਜਥੇਬੰਦੀਆਂ, ਤਰਕਸ਼ੀਲ ਜਥੇਬੰਦੀਆਂ, ਸਾਹਿਤਕ ਸੱਭਿਆਚਾਰਕ ਸਭਾਵਾਂ, ਨਾਟ ਮੰਡਲੀਆਂ, ਪੱਤਰਕਾਰ, ਬੁੱਧੀਜੀਵੀ, ਗੀਤਕਾਰ, ਗਾਇਕ, ਵਿਦਿਆਵੇਤਾ ਜਾਣੀ ਕਿ ਐਕੈਡੈਮਿਕ, ਪ੍ਰੋਫੈਸਰ, ਡਾਕਟਰ, ਨਰਸਾਂ, ਵਕੀਲ, ਖਿਡਾਰੀ, ਵਿਗਿਆਨੀ, ਰਿਸਰਚ ਸਕਾਲਰ, ਕਰਮਚਾਰੀ, ਦੁਕਾਨਦਾਰ, ਛੋਟੇ ਵਪਾਰੀ, ਢਾਬਿਆਂ ਦੇ ਮਾਲਕ, ਟ੍ਰੇਡ ਯੂਨੀਅਨਾਂ, ਟੈਕਸੀ ਤੇ ਆਟੋ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਜਮਹੂਰੀ ਅਧਿਕਾਰ ਸਭਾਵਾਂ, ਸਮਾਜ ਸੇਵਕ ਸੰਸਥਾਵਾਂ, ਇਹ ਸਾਰੀਆਂ ਵੱਲੋਂ ਭਰਮੀ ਹਮਾਇਤ ਦੇਣ ਦੇ ਐਲਾਨ ਜਾਂ ਤਾਂ ਜਾਰੀ ਹੋ ਚੁੱਕੇ ਆ ਤੇ ਜਾਂ ਜਾਰੀ ਹੋ ਰਹੇ ਨੇ। ਠੀਕ।
ਹੁਣ ਆਪਾਂ ਇਸ ਗੱਲ ਤੇ ਆਉਂਦੇ ਆ ਕਿ ਇਹ ਲਹਿਰ ਦਾ ਜਿਹੜਾ ਖਾਸਾ, ਹਾਂਜੀ, ਇਹਦੀ ਸਭ ਤੋਂ ਬਿਊਟੀਫੁਲ ਗੱਲ ਇਹ ਹੈ ਕਿ ਜੇ 32 ਕਿਸਾਨ ਜਥੇਬੰਦੀਆਂ ਆਉਂਦੀਆਂ, ਇੱਕ ਗੱਲ ਤਾਂ ਸਪਸ਼ਟ ਹੈ ਕਿ ਉਹ 32 ਤਾਂ ਹੀ ਨੇ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਮਤਭੇਦ ਹਨ। ਹਾਂਜੀ, ਬਿਲਕੁਲ। ਅਤੇ ਪਰ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਹੁਣ ਤੱਕ ਬਹੁਤ ਹੀ ਰੌਸ਼ਨ ਇੱਕ ਉਦਾਹਰਨ ਸਾਡੇ ਸਾਹਮਣੇ ਰੱਖੀ ਹੈ ਕਿ ਉਹ ਦੋ ਗੱਲਾਂ ਤੇ ਸਾਰੇ ਦੀਆਂ ਸਾਰੀਆਂ ਜਥੇਬੰਦੀਆਂ ਇੱਕ ਮਤ ਨੇ। ਪਹਿਲੀ ਗੱਲ ਕਿ ਇਹ ਤਿੰਨੇ ਕਾਨੂੰਨ ਕਿਸਾਨ ਵਿਰੋਧੀ ਨੇ, ਇਹਨਾਂ ਨੂੰ ਵਾਪਸ ਲਿਆ ਜਾਵੇ। ਹਾਂਜੀ, ਤੇ ਨਵੇਂ ਕਾਨੂੰਨ ਜਿਨ੍ਹਾਂ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਦੀ ਲਿਖਤੀ ਗਰੰਟੀ ਹੋਵੇ, ਉਹ ਕਾਨੂੰਨ ਨਵੇਂ ਬਣਾਏ ਜਾਣ। ਠੀਕ ਠੀਕ। ਤੁਸੀਂ ਕਿਸੇ ਵੀ ਕਿਸਾਨ ਨੇਤਾ ਨਾਲ ਗੱਲ ਕਰੋ, ਚਾਹੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਹਨ, ਹਾਂਜੀ, ਚਾਹੇ ਉਹ ਡਾਕਟਰ ਦਰਸ਼ਨਪਾਲ ਹਨ, ਚਾਹੇ ਉਹ ਬਲਵੀਰ ਸਿੰਘ ਰਾਜੇਵਾਲ ਹਨ, ਉਹ ਹਮੇਸ਼ ਇੱਕੋ ਹੀ ਗੱਲ ਕਹਿ ਰਹੇ ਨੇ ਬਈ ਜਿੰਨੀ ਦੇਰ ਸਾਡੇ ਕੋਲੋਂ ਇਹ ਸਰਕਾਰ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਨਵਾਂ MSP ਦਾ ਕਾਨੂੰਨ ਬਣਾਉਣ ਲਈ ਰਾਜੀ ਨਹੀਂ ਹੁੰਦੀ, ਉਨੀ ਦੇਰ ਅਸੀਂ ਮੌਨ ਵਰਤ ਰੱਖਾਂਗੇ। ਉਹ ਸਾਰੇ ਉਹਨਾਂ ਨੇ ਗੱਤਿਆਂ ਤੇ ਲਿਖ ਕੇ ਜੈਸ ਜਾਂ ਨੋ ਦੀ ਗੱਲ ਕੀਤੀ ਹੈ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਜਿਹੜੀਆਂ 5 ਉਹਨਾਂ ਦੇ ਨਾਲ ਸਰਕਾਰ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ, 14 ਅਕਤੂਬਰ, 13 ਨਵੰਬਰ, 1 ਦਸੰਬਰ, 3 ਦਸੰਬਰ, 5 ਦਸੰਬਰ, ਤੇ ਕਿਸਾਨਾਂ ਦੀਆਂ 42 ਜਥੇਬੰਦੀਆਂ ਨੇ ਇਕਮੁੱਠ ਹੋ ਕੇ 9 ਤਰੀਕ ਵਾਲੀ ਜਿਹੜੀ ਸਰਕਾਰ ਦੀ ਮੀਟਿੰਗ ਸੱਦੀ ਗਈ ਸੀ, ਉਹਨੂੰ ਇਸੇ ਲਈ ਰਿਜੈਕਟ ਕਰ ਦਿੱਤਾ ਬਈ ਤੁਸੀਂ ਸਾਨੂੰ ਉਹੀ ਗੱਲਾਂ ਦੱਸ ਕੇ ਬੁੱਧੂ ਬਣਾ ਰਹੇ ਹੋ, ਬਾਰ-ਬਾਰ ਉਹੀ ਗੱਲਾਂ ਕਰਦੇ। ਹਾਂਜੀ, ਹਾਂ, ਤੁਸੀਂ ਸਾਨੂੰ ਕੋਈ ਜਿਹੜੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਉਹਦੇ ਤੇ ਨਹੀਂ ਆਉਂਦੇ। ਠੀਕ। ਸੋ ਇਸ ਲਹਿਰ ਦਾ ਮੈਂ ਸਮਝਦਾ ਜਿਹੜਾ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈ ਏਕਤਾ ਉਗਰਾਹਾਂ ਵਾਲੀ, ਤੇ ਉਹਦੀ ਇਹ ਗੱਲ ਬੜੀ ਸਪਸ਼ਟ ਹੈ ਕਿ ਸਾਡਾ ਆਪੋ ਆਪਣਾ ਏਜੰਡਾ ਜਾਰੀ ਰਹੂਗਾ। ਮੈਂ ਸਮਝਦਾ ਕਿ ਇਹ ਹੁਣ ਤੱਕ ਜਿਹੜਾ ਏਕਾ ਤੇ ਇੰਨਾ ਸਪਸ਼ਟ ਰੂਪ ਵਿੱਚ ਸਰਕਾਰ ਇਹਨਾਂ ਜਥੇਬੰਦੀਆਂ ਦੇ ਵਿੱਚ ਕੋਈ ਵੀ ਫੁੱਟ ਪਾਉਣ ਦੇ ਵਿੱਚ ਨਾਕਾਮਯਾਬ ਰਹੀ ਹੈ, ਇਹ ਇਸ ਗੱਲ ਦਾ ਹੀ ਸਬੂਤ ਹੈ ਕਿ ਇਹ ਇੱਕ ਕਿਸੇ ਨਵੇਂ ਇਨਕਲਾਬ ਦੀ, ਕਿਸੇ ਨਵੇਂ ਜਨ ਅੰਦੋਲਨ ਦੀ ਇਹ ਸ਼ੁਰੂਆਤ ਹੈ। ਇਹ ਇਕੱਲਾ ਹੁਣ ਕਿਸਾਨ ਅੰਦੋਲਨ ਹੀ ਨਹੀਂ ਰਿਹਾ, ਜਿਸ ਕਿਸੇ ਨੂੰ ਵੀ ਸਮੁੱਚੇ ਭਾਰਤ ਦੇ ਵਿੱਚ ਦੁੱਖ ਤਕਲੀਫ ਹੈ, ਉਹ ਆਪਣੀਆਂ ਦੁੱਖ ਤਕਲੀਫਾਂ ਲੈ ਕੇ ਉੱਥੇ ਪਹੁੰਚ ਰਿਹਾ ਹੈ ਜੈਨੂਨ ਢੰਗ ਦੇ ਨਾਲ। ਕਿਉਂਕਿ ਇੱਕ ਉਦਾਹਰਨ ਦੇ ਕੇ ਮੈਂ ਮਾਈਕ੍ਰੋਫੋਨ ਤੁਹਾਨੂੰ ਵਾਪਸ ਕਰਦਾ ਕਿ ਬਿਹਾਰ ਤੋਂ ਇੱਕ ਕਿਸਾਨ ਚੱਲਿਆ ਤੇ ਉਹ ਕਹਿੰਦਾ ਵੀ ਜਿਵੇਂ ਪੰਜਾਬ ਵਾਲੇ ਹਰ ਇੱਕ ਚੀਜ਼ ਦਾ ਲੰਗਰ ਲਾ ਰਹੇ ਨੇ, ਤੇ ਖਾਣੇ ਦਾ ਲੰਗਰ ਤਾਂ ਉਹ ਲਾਉਂਦੇ ਹੀ ਨੇ, ਉਹਨਾਂ ਤੋਂ ਇਲਾਵਾ ਉਹਨਾਂ ਨੇ ਮੂੰਗਫਲੀ ਦਾ ਲੰਗਰ, ਉਹਨਾਂ ਨੇ ਕਿਤਾਬਾਂ ਦਾ ਲੰਗਰ, ਉਹਨਾਂ ਨੇ ਬਦਾਮਾਂ ਦਾ ਲੰਗਰ, ਜਰਾਬਾਂ ਦਾ ਲੰਗਰ, ਟਰੈਕਟਰਾਂ ਦਾ ਲੰਗਰ, ਪੈਟਰੋਲ ਦਾ ਲੰਗਰ, ਤੇ ਯੂ ਨੇਮ ਇਟ ਦੇ ਡਿਡ ਇਟ। ਬਿਲਕੁਲ। ਤੇ ਬਿਹਾਰ ਦਾ ਕਿਸਾਨ ਕਹਿੰਦਾ ਵੀ ਅੱਜ ਤੋਂ ਪਹਿਲਾਂ ਅਸੀਂ ਕਿੰਨੇ ਕੁ ਸੱਤੂ ਆਪਣੇ ਨਾਲ ਲੈ ਕੇ ਚੱਲ ਸਕਦੇ ਸੀ, ਉਹ ਰਾਹ 'ਚ ਮੁੱਕ ਜਾਣਗੇ, ਪਰ ਹੁਣ ਸਾਨੂੰ ਪਤਾ ਲੱਗਿਆ ਜੇ ਅਸੀਂ ਅੰਦੋਲਨ ਸ਼ੁਰੂ ਕਰਾਂਗੇ ਹੁਣ, ਤੇ ਅਸੀਂ ਲੰਗਰ ਦਾ ਜਿਹੜਾ ਇੰਤਜ਼ਾਮ ਹੈ ਉਹ ਪਹਿਲਾਂ ਕਰਕੇ ਚੱਲਾਂਗੇ। ਇਹ ਪੰਜਾਬ ਦੇ ਲੋਕਾਂ ਨੇ, ਜਥੇਬੰਦੀਆਂ ਨੇ ਇਹ ਇੱਕ ਆਗੂ ਰੋਲ ਅਦਾ ਕਰਕੇ ਸਮੁੱਚੇ ਭਾਰਤ ਨੂੰ ਇਸ ਤਰ੍ਹਾਂ ਜਗਾਇਆ। ਬਿਲਕੁਲ ਠੀਕ ਹੈ ਜੀ। ਮੈਂ ਅਸਲ ਵਿੱਚ ਤੁਹਾਡੇ ਕੋਲ ਕੁਐਸਚਨ ਇਹ ਤਾਂ ਪੁੱਛਿਆ ਸੀ ਡਾਕਟਰ ਤੰਜਲ ਕਿ ਇਸ ਅੰਦੋਲਨ ਨੂੰ ਜਦੋਂ ਪੰਜਾਬ ਵਿੱਚ ਅਜੇ ਸ਼ੁਰੂ ਹੋਇਆ ਸੀ ਤਦ ਤੋਂ ਲੈ ਕੇ ਹੁਣ ਤੱਕ ਇਹ ਪ੍ਰਕਿਰਿਆ ਲਗਾਤਾਰ ਜਾਰੀ ਆ ਜਿਹੜੀ ਰਾਜ ਕਰਦੀਆਂ ਧਿਰਾਂ ਵੱਲੋਂ, ਕਿ ਇਹ ਅੰਦੋਲਨ ਨੂੰ ਅਰਬਨ ਨਕਸਲ ਚਲਾ ਰਹੇ ਆ, ਇਸ ਅੰਦੋਲਨ ਨੂੰ ਖਾਲਿਸਤਾਨੀ ਧਿਰਾਂ ਚਲਾ ਰਹੀਆਂ, ਇਸ ਅੰਦੋਲਨ ਨੂੰ ਕਾਂਗਰਸ ਚਲਾ ਰਹੀ ਹੈ, ਇਸ ਅੰਦੋਲਨ ਨੂੰ ਵਿਰੋਧੀ ਪਾਰਟੀਆਂ ਜਿਹੜੀਆਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਚਲਾ ਰਹੀਆਂ। ਸੋ ਇਸ ਸਾਰੇ ਜਿਹੜੇ ਵਾਤਾਵਰਨ ਦੇ ਵਿੱਚ ਜਿਹੜਾ ਇਹ ਧੁੰਦ ਖਿਲਾਰੀ ਜਾ ਰਹੀ ਹੈ ਸਰਕਾਰੀ ਧਿਰਾਂ ਵੱਲੋਂ, ਉਹਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਸਪਸ਼ਟ ਹੋਣੀ ਅੱਜ ਬਹੁਤ ਜ਼ਰੂਰੀ ਹੈ ਕਿ ਅਸਲ ਵਿੱਚ ਇਸ ਅੰਦੋਲਨ ਨੂੰ ਕੌਣ ਚਲਾ ਰਿਹਾ। ਤੁਹਾਡੀ ਗੱਲਬਾਤ ਤੋਂ ਮੈਂ ਇਹ ਗੱਲ ਨਿਰਣਾ ਕਰ ਸਕਿਆ ਬੜੇ ਸੌਖੇ ਤਰੀਕੇ ਨਾਲ ਕਿ ਅਸਲ ਵਿੱਚ ਇਹ ਕਿਸਾਨਾਂ ਦਾ ਅੰਦੋਲਨ ਹੈ, ਅਤੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਧਿਰਾਂ
ਲਗਭਗ ਸਾਰੀਆਂ ਧਿਰਾਂ ਜਿਨ੍ਹਾਂ ਦੇ ਵਿੱਚ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਡਾਕਟਰ, ਵਕੀਲ, ਪ੍ਰੋਫੈਸਰ, ਇਹ ਸਾਰੇ ਉਹਨਾਂ ਦੇ ਨਾਲ, ਛੋਟੇ ਵਪਾਰੀ, ਛੋਟੇ ਦੁਕਾਨਦਾਰ, ਇਹ ਸਾਰੇ ਉਹਨਾਂ ਦੀ ਸਪੋਰਟ ਕਰ ਰਹੇ। ਇਹ ਉਹਨਾਂ ਲੋਕਾਂ ਦੇ ਤਾਕਤਾਂ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਆ ਔਰ ਉਹਨਾਂ ਨੂੰ ਜਵਾਬ ਹੈ ਕਿ ਇਹ ਲੋਕ ਅੰਦੋਲਨ ਹੈ, ਕਿਸੇ ਇੱਕ ਪਾਰਟੀ ਦਾ ਅੰਦੋਲਨ ਨਹੀਂ ਹੈ। ਤੁਸੀਂ ਬਿਲਕੁਲ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਆ ਵੀਰ MP ਸਿੰਘ ਹਿੱਟ ਦਾ ਨੇਲ ਔਨ ਦਾ ਹੈਡ, ਆਪਾਂ ਦੋਵੇਂ ਇੱਕੋ ਹੀ ਗੱਲ ਕਹਿ ਰਹੇ ਹਾਂ, ਕਿਉਂਕਿ ਆਪਾਂ ਇੱਕੋ ਹੀ ਮੰਜ਼ਿਲ ਦੇ ਆਪਾਂ ਪਾਂਧੀ ਆ, ਇੱਕੋ ਹੀ ਮੰਜ਼ਿਲ ਦੇ ਆਪਾਂ ਰਾਹੀ ਆ। ਤੇ ਕਿਸਾਨਾਂ ਨੇ ਬਹੁਤ ਸਪਸ਼ਟ ਕਰ ਦਿੱਤਾ ਸੀ ਦਿੱਲੀ ਪਹੁੰਚਣ ਤੋਂ ਪਹਿਲਾਂ, ਕਿਉਂਕਿ ਜਦੋਂ ਤੋਂ 5 ਜੂਨ ਤੋਂ ਇਹ ਕਾਨੂੰਨ ਬਣਿਆ, ਕਿਸਾਨਾਂ ਨੇ ਕਾਫੀ ਦੇਰ ਪੰਜਾਬ ਵਿੱਚ ਧਰਨੇ ਲਗਾਈ ਰੱਖੇ। ਹਾਂਜੀ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਹੁਣ ਦਿੱਲੀ ਚੱਲੇ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਪਰ ਪਿਆਰੇ ਭਾਈਓ, ਭੈਣੋ, ਬਜ਼ੁਰਗੋ, ਮਾਤਾਓ, ਜਿਹਨੇ ਵੀ ਸਾਡੇ ਨਾਲ ਚੱਲਣਾ, ਹਾਂਜੀ, ਉਹ ਹਿੰਦੂ ਬਣ ਕੇ, ਸਿੱਖ ਬਣ ਕੇ, ਮੁਸਲਮਾਨ ਬਣ ਕੇ ਨਾ ਆਵੇ। ਉਹ ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਦਾ ਵਰਕਰ ਨਾ ਬਣ ਕੇ ਆਵੇ, ਕਿਉਂਕਿ ਅਸੀਂ ਇਹ ਸਾਰੇ ਵਖਰੇਵੇਂ ਦੇਖ ਲਏ ਨੇ। ਜਿਹਨੇ ਵੀ ਸਾਡੇ ਨਾਲ ਤੁਰਨਾ, ਉਹ ਸਿਰਫ ਤੇ ਸਿਰਫ ਕਿਸਾਨ ਬਣ ਕੇ ਆਵੇ। ਵੈਰੀ ਗੁੱਡ, ਬਿਲਕੁਲ ਜੀ। ਉਹ ਆਪਣੇ ਇਸ ਸਟੈਂਡ ਤੇ ਉਹ 32 ਦੀਆਂ 32 ਪੰਜਾਬ ਵਾਲੀਆਂ ਜਥੇਬੰਦੀਆਂ ਤੇ 10 ਬਾਕੀ ਭਾਰਤ ਵਾਲੀਆਂ, ਉਹ ਇੱਕ ਮੁੱਠ ਨੇ। ਇਹ ਸਭ ਤੋਂ ਰੌਸ਼ਨ ਇਸ ਅੰਦੋਲਨ ਦਾ ਪੱਖ ਹੈ। ਇਹ ਪਹਿਲੀ ਗੱਲ। ਦੂਜੀ ਗੱਲ ਜਿਹੜੀ ਹੈ ਉਹ ਇਹ ਹੈ ਵੀ ਸਰਕਾਰ, ਜਿਹੜਾ ਸਰਕਾਰ ਦਾ ਮੀਡੀਆ, ਸਰਕਾਰ ਕੋਲੇ ਬਹੁਤ ਮੀਡੀਆ ਹੁੰਦਾ, ਉਹਦੇ ਕੋਲ ਮਿਲਟਰੀ ਹੈ, ਉਹਦੇ ਕੋਲ ਸੁਰੱਖਿਆ ਫੋਰਸਿਸ ਹਾਂ, BSF ਹੈ, ਸੈਂਟਰਲ ਰਿਜ਼ਰਵ ਫੋਰਸ ਹੈ, ਉਹਦੇ ਕੋਲੇ ਏਜੰਸੀਆਂ ਹਨ ਵਗੈਰਾ, ਆਪਾਂ ਨੂੰ ਸਭ ਪਤਾ। ਤੇ ਉਹਨਾਂ ਨੇ ਪਹਿਲੇ ਜਦੋਂ 5 ਦੌਰ ਗੱਲਬਾਤ ਦੇ ਚੱਲੇ ਆ, ਉਹਨਾਂ ਨੇ ਬਕਾਇਦਾ ਇਹ ਗੱਲ ਤਸਲੀਮ ਕੀਤੀ ਹੈ ਸਰਕਾਰ ਨੇ, ਗ੍ਰਹਿ ਮੰਤਰੀ ਨੇ, ਐਗਰੀਕਲਚਰ ਮਿਨਿਸਟਰ ਨੇ, ਕਿ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਨੇ। ਬਿਲਕੁਲ ਜੀ। ਹੁਣ ਉਹ ਅਚਾਨਕ ਕਹਿਣ ਲੱਗੇ ਕਿ ਇਹ ਤਾਂ ਵੱਖਵਾਦੀ ਹੈ, ਅਰਬਨ ਨਕਸਲਵਾਦੀ ਹੈ, ਇਹ ਖਾਲਸਤਾਨੀ ਹੈ, ਇਹ ਅੱਤਵਾਦੀ ਨੇ, ਇਹ ਦੇਸ਼ ਧਰੋਹੀ ਨੇ, ਇਹ ਬਰਗਲਾਏ ਗਏ ਨੇ। ਹੁਣ ਇਹ ਜੇ ਉਹ ਪਹਿਲੇ ਦਿਨ ਜਿੱਦਾਂ ਗੱਲਬਾਤ ਜਾਰੀ ਹੋਈ ਹੈ 14 ਅਕਤੂਬਰ ਤੋਂ 5 ਦਸੰਬਰ ਤੱਕ ਉਹ ਕਿਸਾਨ ਆਗੂ ਸੀ, ਹੁਣ ਉਹਨੂੰ ਕਿਹਨੇ ਬਰਗਲਾਤਾ? ਹੁਣ ਅਚਾਨਕ ਉਹ ਵੱਖਵਾਦੀ ਕਿਵੇਂ ਹੋ ਗਏ? ਇੱਕ ਤਾਂ ਇਹ ਗੱਲ। ਦੂਜੀ ਗੱਲ ਇਹ ਹੈ ਵੀ ਮੈਂ ਸਨਿਮਰ ਬੇਨਤੀ ਕਰਦਾ ਪ੍ਰਾਈਮ ਮਿਨਿਸਟਰ ਮੋਦੀ ਨੂੰ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਕਿ ਮੋਦੀ ਸਾਹਿਬ, ਇਹ ਕਿਸਾਨ ਹੈ ਨਾ ਜਿਹੜੇ, ਇਹ ਕੋਈ ਅਨਪੜ੍ਹ ਕਿਸਾਨ ਨਹੀਂ ਹੈ। ਇਹਨਾਂ ਨੇਤਾਵਾਂ ਦੇ ਵਿੱਚ MA ਪਾਸ, ਡਾਕਟਰੀ ਪਾਸ, ਵਕਾਲਤ ਪਾਸ, ਇਕਨੋਮਿਕਸ, ਪੋਲੀਟੀਕਲ ਸਾਇੰਸ ਤੇ ਖੰਡੇ ਵਰਤੇ, ਜਿਨ੍ਹਾਂ ਨੇ 25, 30 ਸਾਲਾਂ ਤੋਂ ਵੱਧ ਕਿਸਾਨ ਮੋਰਚਿਆਂ ਦੇ ਵਿੱਚ ਜਾ ਕੇ ਡਾਂਗਾਂ ਖਾਧੀਆਂ ਨੇ। ਉਹ ਤਜਰਬੇਕਾਰ ਆਗੂ ਨੇ, ਜਿਨ੍ਹਾਂ ਨੇ ਤਿੰਨੇ ਕਾਨੂੰਨਾਂ ਦਾ ਅੱਖਰ ਅੱਖਰ ਪੜ੍ਹ ਕੇ ਮੁਤਾਲਿਆ ਕੀਤਾ ਤੇ ਭਾਰਤ ਸਰਕਾਰ ਦੇ ਗੱਲਬਾਤ ਦੇ ਦੌਰਾਨ ਸਾਰੇ ਉਹਨਾਂ ਦੇ ਭਾਰਤ ਸਰਕਾਰ ਦੇ ਪ੍ਰਤੀਨਿਧਾਂ ਨੂੰ ਨਿਰੁੱਤਰ ਕੀਤਾ। ਸੋ ਇਹਨਾਂ ਨੂੰ ਕੌਣ ਬਰਗਲਾ ਲੂ? ਬਿਲਕੁਲ, ਤੁਹਾਡੀ ਗੱਲ ਠੀਕ ਹੈ। ਨਾਲੇ ਵੀਰ ਜੀ, ਇੱਕ ਅੱਧਾ ਬੰਦਾ ਬਰਗਲਾਇਆ ਜਾ ਸਕਦਾ ਹੈ। ਹਾਂਜੀ। ਡੂ ਯੂ ਰੀਅਲੀ ਥਿੰਕ ਕਿ ਲੱਖਾਂ ਦੇ ਲੱਖਾਂ ਕਿਸਾਨ ਸਾਰੇ ਦੇ ਸਾਰੇ ਪੰਜਾਬ ਚੋਂ, ਹਰਿਆਣੇ ਚੋਂ ਤੇ ਸਾਰੇ ਹਿੰਦੁਸਤਾਨ ਚੋਂ, ਉਹ ਸਾਰੇ ਦੇ ਸਾਰੇ ਬਰਗਲਾਤੇ ਕਿਸੇ ਨੇ? ਪੰਜਾਬ ਤੋਂ ਇਲਾਵਾ ਇਹਨਾਂ ਕਾਫਲਿਆਂ ਚ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਉੜੀਸਾ, ਮਹਾਰਾਸ਼ਟਰ, ਕੇਰਲਾ, ਨਾਗਾਲੈਂਡ, ਕਰਨਾਟਕ, ਗੁਜਰਾਤ, ਝਾਰਖੰਡ ਤੇ ਉੱਤਰਾਖੰਡ, ਇਹ ਤਾਂ ਮੈਂ ਗਿਣੇ ਨੇ ਆਪ। ਇਹਨਾਂ ਤੋਂ ਇਲਾਵਾ 28 ਦੇ 28 ਸੂਬਿਆਂ ਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਕਾਫਲੇ ਆ, ਉਹ ਰਾਹਬੰਦੀ ਦੀਆਂ ਸਾਰੀਆਂ ਮੁਸ਼ਕਲਾਂ, ਤੁਸੀਂ ਵੀ MP ਸਿੰਘ ਵੀਰ ਪੜ੍ਹਿਆ ਸੁਣਿਆ ਹੋਊ ਕਿ ਰਾਹਬੰਦੀ ਦੇ ਵਿੱਚ ਕਿਸਾਨਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਬਹੁਤ ਹੋਏ। ਹਾਂਜੀ। ਅਥਰੂ ਗੈਸ ਦੇ ਗੋਲੇ ਚੱਲੇ, ਕੰਡਿਆਲੀਆਂ ਬਾੜਾਂ, ਪਥਰੀਲੇ ਬੈਰੀਕੇਡ, ਪਾਣੀ ਤੋਪਾਂ, ਟੈਂਟ ਉਖਾੜੇ ਗਏ, ਉਹਨਾਂ ਦੇ ਸੜਕਾਂ ਪੱਟੀਆਂ ਗਈਆਂ।
ਤੇ ਮੈਂ ਇੱਕ ਹੋਰ ਵੀ ਸਵਾਲ ਇੱਥੇ ਖੜਾ ਕਰਦਾ ਸਰਕਾਰ ਮੂਹਰੇ ਕਿ ਜੇ ਸਰਕਾਰ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਸੁਹਿਰਦ ਹੈ ਤਾਂ ਇੰਨੀਆਂ ਅੜਚਣਾਂ ਕਿਉਂ ਡਾਈਆਂ ਗਈਆਂ? ਬਿਲਕੁਲ ਕਿਉਂ ਨਹੀਂ ਉਹਨਾਂ ਨੂੰ ਖਿੜੇ ਮੱਥੇ ਕਿਹਾ ਵੀ ਆਓ? ਤੇ ਅਖੀਰ ਵਿੱਚ ਮੈਂ ਇਹ ਵੀ ਕਹਿਣਾ ਚਾਹੂੰਗਾ ਵੀਰ ਜੀ ਕਿ ਜੇ ਇਹ ਪ੍ਰਜਾਤੰਤਰ ਜਾਂ ਲੋਕਤੰਤਰ ਹੈ ਤਾਂ ਸਰਕਾਰ ਨੂੰ, ਪ੍ਰਾਈਮ ਮਿਨਿਸਟਰ ਨੂੰ, ਗ੍ਰਹਿ ਮੰਤਰੀ ਨੂੰ, ਐਗਰੀਕਲਚਰ ਮਿਨਿਸਟਰ ਨੂੰ, ਰੇਲਵੇ ਮਿਨਿਸਟਰ ਨੂੰ ਪ੍ਰਜਾ ਦੀ, ਲੋਕਾਂ ਦੀ ਗੱਲ ਤੁਰੰਤ ਸੁਣਨੀ ਚਾਹੀਦੀ ਹੈ। ਤੇ ਵੀਰ ਜੀ ਆਪਾਂ ਕਿਤਾਬਾਂ ਵਿੱਚ ਪੜ੍ਹਦੇ ਸੀ ਕਿ ਹਰਮਨ ਪਿਆਰੇ ਰਾਜੇ ਮਹਾਰਾਜੇ ਉਹ ਹੋਏ ਨੇ ਜਿਹੜੇ ਰਾਤਾਂ ਨੂੰ ਭੇਸ ਬਦਲ ਕੇ ਲੋਕਾਂ ਦੇ ਵਿੱਚ ਵਿਚਰਦੇ ਸੀ ਤਾਂ ਕਿ ਉਹ ਲੋਕਾਂ ਦੇ ਦੁੱਖ ਜਾਣ ਸਕਣ ਤੇ ਉਹਨਾਂ ਦਾ ਹੱਲ ਕਰ ਸਕਣ। ਬਿਲਕੁਲ ਜੀ, ਬਿਲਕੁਲ ਬਿਲਕੁਲ। ਇੱਥੇ ਕੀ ਹੋ ਰਿਹਾ? ਇੱਥੇ ਇਹ ਹੋ ਰਿਹਾ ਵੀ ਲੋਕ ਲੱਖਾਂ ਦੇ ਲੱਖਾਂ ਗਿਣਤੀ ਦੇ ਵਿੱਚ ਵਹੀਰਾਂ ਘੱਟ ਕੇ ਇੱਕ ਦਿਨ ਨਹੀਂ, 2 ਦਿਨ ਨਹੀਂ, 23 ਦਿਨਾਂ ਤੋਂ ਸਰਕਾਰ ਦੇ ਬੂਹੇ ਤੇ ਅਲਖ ਜਗਾ ਰਹੇ ਆ ਤੇ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਹ ਕਿਸ ਤਰ੍ਹਾਂ ਦਾ ਲੋਕਤੰਤਰ ਹੈ? ਇਹ ਕਿਸ ਤਰ੍ਹਾਂ ਦਾ ਪ੍ਰਜਾਤੰਤਰ ਹੈ? Can any representative tell any one of us? ਡਾਕਟਰ ਧੰਜਲ, ਆਪਣੀ ਗੱਲਬਾਤ ਜਿਹੜੀ ਆ ਇਹਦਾ ਸਿਲਸਿਲਾ ਜਾਰੀ ਰੱਖਣਾ ਆਪਾਂ। ਮੈਂ ਚਾਹੂੰਗਾ ਕਿ ਤੁਸੀਂ ਕੇਵਲ 2 ਮਿੰਟ ਵਾਸਤੇ ਇਹ ਦੱਸੋ ਕਿ ਜਿਹੜਾ ਤੁਸੀਂ ਇਹ 60 ਜਥੇਬੰਦੀਆਂ ਨੂੰ ਇੱਕ ਥਾਂ ਇਕੱਠੇ ਕੀਤਾ, ਇਹਦਾ ਜਿਹੜਾ ਦਾਇਰਾ ਹੋਰ ਵਿਸ਼ਾਲ ਕਰਨ ਦਾ ਤੁਹਾਡਾ ਪਲਾਨ ਆ ਜਾਂ ਇਹਦੇ ਬਾਰੇ ਹੋਰ ਕਿੰਨੇ ਲੋਕਾਂ ਨੂੰ ਜਿਹੜਾ ਉਤਸ਼ਾਹ ਪ੍ਰਾਪਤ ਹੋਇਆ? ਆਪਾਂ 2 ਮਿੰਟਾਂ 'ਚ ਗੱਲ ਨਿਬੇੜਨੀ ਜੀ, ਫਿਰ ਨੈਕਸਟ ਗੱਲਬਾਤ ਜਿਹੜੀ ਆ ਉਹ ਆਪਾਂ ਕੱਲ੍ਹ ਕਰਾਂਗੇ। ਠੀਕ। ਇਹ ਜੀ ਘੇਰਾ ਇੱਥੇ ਸੀਮਿਤ ਨਹੀਂ ਹੈ, ਬਲਕਿ ਮੈਂ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਇਹ ਬੇਨਤੀ ਕਰਾਂਗਾ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਕਿ ਜੇ ਉਹ ਕਿਸੇ ਵੀ ਹੋਰ ਸੰਸਥਾ ਨੂੰ ਕਿਸੇ ਵੀ ਸ਼ਹਿਰ ਦੇ ਵਿੱਚ ਜਾਣਦੇ ਨੇ ਤਾਂ ਉਹਨਾਂ ਨੂੰ ਉਹ ਸਾਡੀ ਬਿਹਾਫ ਤੇ ਬੇਨਤੀ ਕਰਨ ਤੇ ਉਹ ਸਾਡੇ ਨਾਲ ਜੁੜਨ। ਤੇ ਇਹ ਅਸੀਂ ਇੱਥੇ ਹੀ ਸੀਮਿਤ ਨਹੀਂ ਰੱਖਣਾ। ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਜਿਨ੍ਹਾਂ ਨੂੰ ਅਸੀਂ ਹਾਲੇ ਤੱਕ ਸੰਪਰਕ ਜਿਹਨਾਂ ਨਹੀਂ ਕਰ ਸਕੇ ਜਾਂ ਉਹ ਸਾਡੇ ਨਾਲ ਸੰਪਰਕ ਨਹੀਂ ਕਰ ਸਕੀਆਂ, ਅਗਲੀ ਪ੍ਰੈਸ ਰਿਲੀਜ਼ ਦੇ ਵਿੱਚ ਅਸੀਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰਾਂਗੇ ਕਿਉਂਕਿ ਇਹ ਜਿਹੜਾ ਕਾਫਲਾ ਇਹ ਰੁਕਣਾ ਨਹੀਂ ਚਾਹੀਦਾ। ਇਹ ਜਿੰਨੀ ਦੇਰ ਤੱਕ ਅਸੀਂ ਜਿੱਤ ਨਹੀਂ ਪ੍ਰਾਪਤ ਕਰ ਲੈਂਦੇ ਉਨੀ ਦੇਰ ਤੱਕ ਅਸੀਂ ਇਹ ਕੋਸ਼ਿਸ਼ਾਂ ਇੱਥੇ ਵੀ ਜਾਰੀ ਰੱਖਾਂਗੇ, ਭਾਰਤ ਵਿੱਚ ਤਾਂ ਜਾਰੀ ਹਨ ਹੀ। ਤੇ ਅਸੀਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀ ਜਿੱਤ ਲਈ ਦੁਆ ਕਰਦੇ ਹਾਂ ਤੇ ਅਸੀਂ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਉਹਨਾਂ ਦੀ ਭਰਪੂਰ ਹਮਾਇਤ ਕਰਦੇ ਹਾਂ, ਭਰਪੂਰ ਉਪਮਾ ਕਰਦੇ ਹਾਂ। ਵਾਇਸ ਆਫ ਇੰਡੀਆ ਵੱਲੋਂ ਡਾਕਟਰ ਧੰਜਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਇਸ ਗੱਲਬਾਤ ਨੂੰ ਕੱਲ੍ਹ ਵੀ ਜਾਰੀ ਰੱਖਾਂਗੇ ਤੇ ਹੁਣ ਇਜਾਜ਼ਤ ਚਾਹਾਂਗਾ ਜੀ। ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ।